अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ। ਕਦੀ ਕਦੀ ਮੈਂ ਆਪਣੀ ਜਿਹੜਾ ਨਾ ਉਹ ਲਾਈਨ ਤੋਂ ਹਟ ਜਾਂਦਾ ਵਾਂ, ਪਟਰੀ ਤੋਂ ਜਦੋਂ ਵੀ ਮੈਂ ਲੱਥਦਾ ਵਾਂ ਤੇ ਯਕੀਨ ਕਰੋ ਆ ਜਿਹੜੇ ਦੇਖਣ ਵਾਲੇ ਆਪਣੇ ਵਿਊਵਰਸ ਆ ਇਹ ਫੌਰਨ ਚੁੱਕ ਕੇ ਮੈਨੂੰ ਪਟਰੀ 'ਤੇ ਵਾਪਸ ਚੜਾਉਂਦੇ ਨੇ। ਮੇਰੇ ਕਹਿਣ ਦਾ ਮਤਲਬ ਇਹ ਵਾ ਕਿ ਜਦੋਂ ਵੀ ਕੋਈ ਜ਼ੁਲਮ ਕੋਈ ਜਬਰ ਕੋਈ ਇੱਦਾਂ ਦਾ ਵਾਕਿਆ ਹੋ ਜਾਏ, ਜਿੱਦਾਂ ਤੁਹਾਨੂੰ ਪਤਾ ਕੱਲ੍ਹ ਰਾਤ ਕਿੰਨਾ ਜ਼ੁਲਮ ਜਬਰ ਕੀਤਾ ਗਿਆ ਇਮਰਾਨ ਖਾਨ ਦੀਆਂ ਭੈਣਾਂ 'ਤੇ, ਕਿਤਨੀ ਬੇਹਯਾਈ ਔਰ ਬੇਗੈਰਤੀ ਕੀਤੀ ਗਈ ਖਵਾਤੀਨ ਦੇ ਨਾਲ, ਉਹਨਾਂ ਨੂੰ ਕਿਸ ਤਰ੍ਹਾਂ ਜ਼ੁਲਮ ਔਰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਆਪਣੇ ਭਰਾ ਨਾਲ ਮੁਲਾਕਾਤ ਕਰਨ ਆਈਆਂ ਸੀ ਅਤੇ ਉਹਨਾਂ ਨੂੰ ਰੋਕ ਦਿੱਤਾ ਗਿਆ। ਉੱਥੇ ਬੈਠ ਕੇ ਪੁਰਅਮਨ ਤੌਰ 'ਤੇ ਇhtਜਾਜ ਕਰ ਰਹੀਆਂ ਸੀ। ਉੱਥੇ ਜਿਹੜਾ ਨਾ ਪੁਲਿਸ ਵਾਲੇ ਭੇਜ ਕੇ ਅਤੇ ਉਹ ਜਿਹੜਾ ਨਾ ਸਾਰੀ ਗੁੰਡਾਗਰਦੀ ਕੱਲ੍ਹ ਕੀਤੀ ਗਈ ਹੈ। ਇਹਦੀ ਜਿੰਨੀ ਵੀ ਮਜ਼ੰਮਤ ਕੀਤੀ ਜਾਏ ਉਹ ਘੱਟ ਆ। ਇੱਦਾਂ ਦਾ ਵਾਕਿਆ ਜਿਹੜਾ ਹੋ ਜਾਂਦਾ ਉਹ ਫਿਰ ਬੰਦੇ ਨੂੰ ਯਕੀਨ ਕਰੋ ਫਿਰ ਗੁੱਸਾ ਵੀ ਆਉਂਦਾ, ਅਤੇ ਉਹਦੇ 'ਚ ਫਿਰ ਬੰਦਾ ਜਿਹੜਾ ਨਾ ਖਾਸ ਤੌਰ 'ਤੇ ਮੇਰੇ ਵਰਗਾ ਉਹ ਫਿਰ ਭੁੱਲ ਜਾਂਦਾ ਕਿ ਬਈ ਮੈਂ ਕੋਈ ਆਪਣਾ ਫਨੀ ਗੱਲ ਕਰਨੀ ਆ। ਉਹ ਫਿਰ ਜੋ ਲਿੱਤਰ ਪਰੇਡ ਸ਼ੁਰੂ ਹੁੰਦੀ ਹੈ ਇਹਨਾਂ ਦੀ ਦਨ ਪ੍ਰੋਗਰਾਮ ਜਿਹੜਾ ਨਾ ਹੁੰਦਾ ਵਾ, ਹਾਂ ਸੀਰੀਅਸ, ਉਹ ਫਿਰ ਦੇਖਣ ਵਾਲੇ ਵਿਊਵਰਸ ਉਹ ਵੀ ਠੀਕ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਯਾਰ ਆਹ ਸੀਰੀਅਸ ਜਿਹੀਆਂ ਗੱਲਾਂ ਜਿਹੜੀਆਂ ਨਾ ਅਸੀਂ ਕਿਤੇ ਹੋਰ ਸੁਣਿਆ ਜਾ ਕੇ ਅਤੇ ਸਾਡਾ ਦਿਮਾਗ ਪਹਿਲਾਂ ਹੀ ਫਟਣ ਵਰਗਾ ਹੋਇਆ ਅਤੇ ਅਸੀਂ ਤੇਰੇ ਚੈਨਲ 'ਤੇ ਆਏ ਹਾਂ। ਹਾਂ ਅਤੇ ਸਾਨੂੰ ਜਿਹੜਾ ਨਾ ਉਹ ਅੱਗੋਂ ਤੂੰ ਵੀ ਜਿਹੜਾ ਨਾ ਉਹ ਜ਼ਹਿਰ ਦੀਆਂ ਗੋਲੀਆਂ ਦਿੰਦੇ ਆ। ਹਾਲਾਂਕਿ ਬਣਦਾ ਇਹੀ ਹੈ ਕਿ ਜ਼ਹਿਰ ਦੀਆਂ ਗੋਲੀਆਂ ਹੀ ਦਿੱਤੀਆਂ ਜਾਣ ਇਸ ਕੌਮ ਨੂੰ, ਜਿੰਨੀ ਇਹ ਕੌਮ ਠੰਡੀ ਹੈ ਕਿ ਇਹਨੂੰ ਉਠਾਇਆ ਜਾਏ। ਹਾਂ ਬਾਬਾ ਜੀ ਕਹਿੰਦੇ ਜ਼ਹਿਰ ਦੀਆਂ ਗੋਲੀਆਂ ਨਾਲ ਤਾਂ ਬੰਦਾ ਮਰ ਜਾਂਦਾ, ਤੂੰ ਕਹਿੰਦਾ ਉਠਾਉਣਾ ਕੋਈ ਹੋਰ ਗੋਲੀਆਂ ਦੇ ਇਹਨਾਂ ਨੂੰ। ਮੈਂ ਕਿਹਾ ਬਾਬਾ ਜੀ ਕਿਹੜੀਆਂ? ਬਾਬਾ ਜੀ ਕਹਿੰਦੇ ਜੇ ਦੇ ਕੰਜਰ ਦੀ ਦਵਾਈ ਦੇ ਇਹਨਾਂ ਨੂੰ ਤੂੰ, ਸ਼ਾਇਦ ਉਹ ਖਾ ਕੇ ਕੌਮ ਉੱਠ ਪਵੇ। ਮੈਂ ਕਹਿੰਦਾ ਬਾਬਾ ਜੀ ਜੇ ਦੇ ਕੰਜਰ ਦੀਆਂ ਦਵਾਈਆਂ ਨਾਲ ਚੰਗੇ ਭਲੇ ਸੁੱਤੇ ਜਿਹੜੇ ਆ ਉਹ ਨਹੀਂ ਉੱਠਦੇ, ਆ ਕੌਮ ਨੇ ਕਿੱਥੇ ਉੱਠਣਾ? ਬਾਬਾ ਜੀ ਕਹਿੰਦੇ ਕੌਣ ਸੁੱਤੇ ਜੇ ਉੱਠਣੇ ਨਹੀਂ ਉੱਠਦੇ। ਮੈਂ ਕਿਹਾ ਲੋਕਾਂ ਦੀ ਗੱਲ ਹਾਂ ਨਹੀਂ, ਜੇ ਦੇ ਕੰਜਰ ਦੀ ਦਵਾਈ ਨਹੀਂ ਦੇਣੀ ਇਹਨਾਂ ਨੂੰ, ਹਾਂ ਕੋਈ ਹੋਰ ਦੇ ਦਿਆਂਗੇ ਅਤੇ ਉਹ ਦੇਣੀ ਤਾਂ ਆ ਬਣਦੀ। ਲੇਕਿਨ ਖੈਰ ਉਹ ਫਿਰ ਜਿਹੜਾ ਨਾ ਉਹ ਕੰਮ ਜਿਹੜਾ ਸੀਰੀਅਸ ਹੋ ਜਾਂਦਾ। ਹਾਲਾਂਕਿ ਉਹਨਾਂ ਦੀ ਗੱਲ ਠੀਕ ਹੈ ਕਿ ਵਾਕਈ ਇੱਕ ਜਿਹੜਾ ਆਪਣਾ ਅੰਦਾਜ਼ ਆ ਇੱਕ ਫਨੀ ਵੇ ਨਾਲ ਸੀਰੀਅਸ ਗੱਲ ਕਰਨੀ, ਉਹ ਇੰਜੋਏ ਵੀ ਹੁੰਦਾ ਅਤੇ ਮੈਸੇਜ ਵੀ ਪਹੁੰਚ ਜਾਂਦਾ ਅਤੇ ਉਹ ਖਾਸ YouTube ਨੂੰ ਵੀ ਪਤਾ ਲੱਗ ਜਾਂਦਾ ਜਦੋਂ ਵੀ ਕਿਤੇ ਕੋਈ ਸੀਰੀਅਸ ਕੰਮ ਹੋਵੇ ਉਹ ਨਾਲ ਹੀ ਸੁੱਟ ਦਿੰਦਾ ਕੰਮ। ਹਾਂ ਉਹ ਵੀਡੀਓ ਥੱਲੇ ਸੁੱਟ ਦਿੰਦਾ ਕਿ ਲਓ ਆਹ ਬੰਦਾ ਆਪਣਾ ਉਹ ਕਰ ਹੀ ਨਹੀਂ ਰਿਹਾ ਜੋ ਕਰਦਾ ਰਹੋ। ਹਾਂ ਅਤੇ ਇੱਦਾਂ ਦੀ ਗੱਲ ਵੀ ਹੋ ਜਾਂਦੀ। ਲੇਕਿਨ ਚਲੋ ਕੋਈ ਨਹੀਂ, ਖੈਰ ਉਹ ਮੈਂ ਗੱਲ ਕਰ ਰਿਹਾ ਅੱਜ ਮੈਂ ਉਰਦੂ ਵੀਲੋਗ ਪਾਇਆ ਸੀ, ਉਹ ਚੰਗਾ ਭਲਾ ਬਹੁਤ ਹੀ ਸੀਰੀਅਸ ਕੰਮ ਨਿਕਲ ਗਿਆ। ਹਾਂ ਉਹ ਫਿਰ ਮੈਨੂੰ ਲਾਉਣਾ ਪਿਆ ਕਿਉਂ ਨਾ ਲੋਕੀ ਮੰਨ ਰਹੇ ਸੀ ਨਾ YouTube ਮੰਨ ਰਿਹਾ ਸੀਗਾ। ਅੱਛਾ ਜੀ, ਅਤੇ ਚਲੋ ਜੀ ਐਨੀਵੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਨਾ ਉਹ ਜਨਾਬ ਤੁਹਾਨੂੰ ਪਤਾ ਵਾ ਕਿ ਜਿੱਦਾਂ ਤੁਸੀਂ ਬਾਹਰ ਤਸਵੀਰ ਵੀ ਦੇਖ ਲਈ ਹੋਣੀ ਆ ਕਿ ਬੜੀ ਵੱਡੀ ਟਹਿ ਪਟਾਸ ਜਿਹੜੀ ਹੈ ਨਾ ਉਹ ਸ਼ੁਰੂ ਹੋ ਗਈ ਆ। ਉਹ ਟਹਿ ਪਟਾਸ ਜਿਹੜੀ ਆ ਉਹ ਸ਼ੁਰੂ ਹੋਈ ਹੈ ਜਨਾਬ, ਉਹ ਨਹੀਂ ਜਿਹੜਾ ਵਜਾਦ ਅਲੀ ਖਾਨ ਉਹਨੇ ਕੋਈ ਨਵੀਂ ਵੀਡੀਓ ਜਿਹੜੀਆਂ ਵੀਲੋਗ ਉਹਦੇ 'ਚ ਉਹਨੇ ਡਾਕਟਰ ਮੁਈਦ ਪੀਰਜ਼ਾਦਾ ਨੂੰ ਜਿਹੜਾ ਨਾ ਉਹ ਲਤਾੜ ਦਿੱਤਾ ਅਤੇ ਉਹਨੇ ਕਿਹਾ ਵੇ ਕਿ ਜਨਾਬ ਆਹ ਜਿਹੜਾ ਡਾਕਟਰ ਆ ਅੰਗੂਠਾ ਡਾਕਟਰ ਆ, ਅੰਗੂਠਾ ਜੀ ਕਰਦੇ ਨੇ ਉਹਨਾਂ ਦਾ ਮਨਸੂਬ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਅੰਗੂਠੇ ਲਵਾਏ ਉਹ ਸਾਰਾ ਕੁਝ। ਲੇਕਿਨ ਉਹਨਾਂ ਦਾ ਵਰਜਨ ਬਿਲਕੁਲ ਮੁਖਤਲਿਫ ਹੈ, ਉਹ ਇਹ ਨਹੀਂ ਹੈ। ਉਹ ਇੱਕ ਫੈਮਿਲੀ ਦਾ ਪੂਰੀ ਗੈਦਰਿੰਗ ਸੀ, ਫੈਮਿਲੀ ਦਾ ਡਿਸੀਜਨ ਸੀ, ਉਹ ਸਿਸਟਮ ਜਿਹੜਾ ਨਾ ਵੱਖਰਾ ਸੀ ਉਹਨਾਂ ਦਾ। ਲੇਕਿਨ ਖੈਰ ਇਹ ਜਿਹੜਾ ਉਹੀ ਇਲਜ਼ਾਮਾਤ ਨੇ ਜਿਹੜੇ ਵਜਾਦ ਅਲੀ ਖਾਨ ਲਾ ਰਿਹਾ ਹੈ, ਮਹਾਜ਼ ਇਹਨੇ ਖੋਲ੍ਹਿਆ ਅੱਜ ਡਾਕਟਰ ਮੁਈਦ ਪੀਰਜ਼ਾਦਾ ਦੇ ਖਿਲਾਫ, ਅਤੇ ਉਸ ਮਹਾਜ਼ ਖੋਲ੍ਹਣ ਦੇ ਬਾਅਦ ਜਿਹੜਾ ਸੋਸ਼ਲ ਮੀਡੀਆ 'ਤੇ ਇਹਦੇ ਨਾਲ ਹੋ ਰਿਹਾ ਵਾ ਵਜਾਹਤ ਨਾਲ, ਹਾਂ ਜਿਹੜਾ ਮਹਾਜ਼ ਇਹਦੇ ਖਿਲਾਫ ਖੁੱਲ੍ਹਾ ਵਾ ਉਹਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ, ਉਹ ਵੀਡੀਓਜ਼ ਵੀ ਚੱਲ ਰਹੀਆਂ ਨੇ। ਹਾਂ ਉਹ ਪਤਾ ਨਹੀਂ ਅਜੀਬੋ ਗਰੀਬ AI ਵਾਲੇ ਜਿਹੜੇ ਨਾ ਉਹ ਚੰਗਾ ਲਤਾੜਤੇ ਆ, ਐਸੀ ਤੈਸੀ ਪੱਟ ਕੇ ਰੱਖ ਦਿੰਦੇ ਨੇ ਇਹਨਾਂ ਦੀ। ਅਤੇ ਉਹ ਹੁਣ ਜਨਾਬ ਉਹਨੇ ਆਪਣੇ ਵੀਲੋਗ ਦੇ ਵਿੱਚ ਡਾਕਟਰ ਮੁਈਦ ਪੀਰਜ਼ਾਦਾ ਨੂੰ ਜਿਹੜਾ ਨਾ ਉਹ ਤਨਕੀਦ ਦਾ ਨਿਸ਼ਾਨਾ ਬਣਾਇਆ ਠੀਕ ਠਾਕ ਕਿਸਮ ਦਾ, ਔਰ ਬਿਲਕੁਲ ਹੀ ਵਾਹਿਯਾਤ ਹੋ ਗਿਆ। ਹਾਂ ਬਈ ਇਹ ਉਮੀਦ ਨਹੀਂ ਸੀ ਵਜਾਹਤ ਕੋ ਕਿ ਚਲੋ ਠੀਕ ਹੈ ਇਖਤਲਾਫ ਹੁੰਦਾ ਭਾਈ ਤੂੰ ਕਰਦੇ ਇਖਤਲਾਫ ਜੋ ਵੀ ਕਰਨਾ, ਲੇਕਿਨ ਆ ਇਤਨਾ ਗਿਰਨ ਦੀ ਇੰਨਾ ਬਿਲਕੁਲ ਜ਼ਲਾਲਤ ਦੇ ਵਿੱਚ ਔਰ ਗੰਦਗੀ ਦੇ ਢੇਰ 'ਚ ਗਿਰ ਕੇ ਜਿਹੜਾ ਨਾ ਆਹ ਤਨਕੀਦ ਬਈ ਆਹ ਗਲਤ ਗੱਲ ਹੈ। ਦੇਖੋ ਡਾਕਟਰ ਮੁਈਦ ਪੀਰਜ਼ਾਦਾ ਨੇ ਕੋਈ ਸਵਾਲਾਤ ਉਠਾਏ ਜਿੱਥੇ ਵਜਾਹਤ ਅਲੀ ਖਾਨ ਜਿਹੜਾ ਇਹਨੇ ਤੁਹਾਨੂੰ ਪਤਾ ਕਿ ਕਾਨਫਰੰਸ ਕਰਾਈ ਇੱਕ ਉੱਥੇ
ਤੇ ਅਮਰੀਕਾ ਦੇ ਵਿੱਚ। ਤੇ ਉੱਥੇ ਜਿਹੜਾ ਨਾ ਇਹ ਬਹੁਤ ਸਾਰੇ ਜਿਹੜੇ ਨਾ ਉਹ ਜਿਹੜੇ ਕੰਪਨੀ ਦੇ ਵੱਡੇ ਵੱਡੇ ਟਾਊਟ ਨੇ ਉਹਨਾਂ ਨੂੰ ਦਾਵਤ ਕਿਆਮ ਦਿੱਤੀ ਗਈ। ਉਹ ਪਹੁੰਚੇ ਉੱਥੇ, ਉਹਨਾਂ ਨੇ ਮਿਲ ਕੇ ਉੱਥੇ ਖਿਤਾਬ ਕੀਤਾ ਤੇ ਅਸੀਂ ਦੇਖਿਆ ਵੀ ਉੱਥੇ ਕਿ ਹਾਮਦ ਮੀਰ ਸਾਹਿਬ ਵੀ ਆਏ ਸਨ ਜਨਾਬ। ਤੇ ਉਹਨਾਂ ਨੇ ਆ ਕੇ ਕਿਹਾ ਕਿ ਵੀ ਇਹ ਜ਼ਿਆਦਤੀ ਆ ਜਿਹੜੀਆਂ ਆਇਨੀ ਤਰਮੀਮਾਂ ਹੋ ਰਹੀਆਂ ਸਿਰਫ ਇੱਕ ਬੰਦੇ ਨੂੰ ਦਬਾਉਣ ਦੀ ਖਾਤਰ, ਇੱਕ ਬੰਦੇ ਨੂੰ ਜਿਹੜਾ ਨਾ ਉਹ ਕੰਟਰੋਲ ਕਰਨ ਦੀ ਖਾਤਰ ਹੋ ਰਹੀਆਂ। ਲੇਕਿਨ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਐਡੀ ਵੀ ਗੱਲ ਨਹੀਂ ਕਿ ਪਾਕਿਸਤਾਨ 'ਚ ਕੋਈ ਅੱਛਾ ਕੰਮ ਹੀ ਨਹੀਂ ਹੋ ਰਿਹਾ। ਹਾਂ, ਪਾਕਿਸਤਾਨ 'ਚ ਬਹੁਤ ਅੱਛੇ ਕੰਮ ਵੀ ਹੋ ਰਿਹਾ। ਉਹਨਾਂ ਨੇ ਹਿਸਾਬ ਬਰਾਬਰ ਕਰਤਾ ਆਪਣੀ ਵਾਰਦਾਤ ਪਾ ਕੇ, ਜਿਹੜੀ ਬਰੀਕ ਵਾਰਦਾਤ ਪਾ ਕੇ। ਬਾਕੀ ਜਿੰਨੇ ਕੰਪਨੀ ਦੇ ਟਾਊਟ ਹੈ ਉਹਨਾਂ ਨੇ ਵੀ ਬਰੀਕ ਵਾਰਦਾਤਾਂ, ਵੱਡੀਆਂ ਮੋਟੀਆਂ ਛੋਟੀਆਂ ਹਰ ਕਿਸਮ ਦੀ ਵਾਰਦਾਤ ਉਹਨਾਂ ਨੇ ਪਾਈ ਉੱਥੇ ਪਾ ਕੇ ਨਿਕਲ ਗਏ। ਤੇ ਮਰੀਦ ਵੀਰ ਜ਼ਿਆਦਾ ਸਵਾਲ ਚੁੱਕ ਰਹੇ ਸੀ ਕਿ ਬਈ ਆਹ ਕੌਣ ਫੰਡ ਕਰ ਰਿਹਾ ਇਹਨਾਂ ਨੂੰ, ਆਹ ਕੌਣ ਹਿਸਾਬ ਕਿਤਾਬ ਹੈ, ਕੀ ਹਿਸਾਬ ਕਿਤਾਬ ਆ। ਇਹ ਇੱਥੇ ਜਿਹੜਾ ਨਾ ਕੰਪਨੀ ਇਹੋ ਜਿਹੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਨੌਜਵਾਨਾਂ ਨੂੰ ਜਿਹੜਾ ਨਾ ਉਹ ਪਿੱਛੇ ਪਿੱਛੇ ਲਾਇਆ ਜਾਏ ਤੇ ਦੇਖੋ ਇੱਦਾਂ ਦੇ ਲੋਕ ਉੱਥੇ ਬਿਠਾ ਕੇ ਉਹਨਾਂ ਦੀ ਗੱਲ ਨੂੰ ਪ੍ਰਮੋਟ ਕੀਤਾ ਜਾਏ, ਬਜਾਏ ਨਿਸਬਤ ਉਹਨਾਂ ਦੀ ਗੱਲ ਦੇ ਜਿਹੜੇ ਕਿ ਹੱਕ ਸੱਚ ਵਾਲੀ ਗੱਲ ਖੁੱਲ੍ਹ ਕੇ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਵੀ ਇਹ ਮੁਲਕ 'ਤੇ ਜਿਹੜਾ ਨਾ ਉਹ ਕਬਜ਼ਾ ਵਾ, ਇੱਕ ਡਿਕਟੇਟਰ ਆ, ਉਹਨੇ ਬੰਦੂਕ ਦੇ ਜ਼ੋਰ 'ਤੇ ਆਪਣਾ ਕਬਜ਼ਾ ਕੀਤਾ ਔਰ ਬੰਦੂਕ ਦੇ ਜ਼ੋਰ 'ਤੇ ਜਿਹੜਾ ਨਾ ਉਹ ਸਾਰੀਆਂ ਆਇਨੀ ਤਰਮੀਮਾਂ ਔਰ ਜਿੰਨਾ ਵੀ ਗੰਦ ਪਾਕਿਸਤਾਨ ਦੇ ਵਿੱਚ ਇਸ ਟਾਈਮ ਵੱਜ ਰਿਹਾ ਵਾ ਉਹ ਸਾਰਾ ਕੁਝ ਕਰ ਰਿਹਾ। ਖੈਰ ਚਲੋ ਉਹਨਾਂ ਨੇ ਕਿਹਾ ਬਈ ਉਹ ਹੁਣ ਉਹਨਾਂ ਦਾ ਇਸ਼ਾਰਾ ਜਿਹੜਾ ਇੱਧਰ ਵੀ ਆ ਕਿ ਬਈ ਆ ਇੱਥੇ ਕਿੰਨੇ ਫੰਡ ਕੀਤਾ, ਆ ਕੌਣ ਜਿਹੜਾ ਇੱਦਾਂ ਦਾ ਸਿਸਟਮ ਕਰ ਰਿਹਾ। ਬਈ ਇੱਕ ਸ਼ੱਕੋ ਸ਼ੁਬਹਾਤ ਤੇ ਹੈ ਜਿੱਦਾਂ ਦੇ ਬੰਦੇ ਉੱਥੇ ਆਏ ਵਜਾਹਤੀ। ਹੁਣ ਵਜਾਹਤ ਨੂੰ ਚਾਹੀਦਾ ਸੀ ਕਿ ਬਈ ਆਰਾਮ ਨਾਲ, ਤਸੱਲੀ ਨਾਲ, ਪਿਆਰ ਨਾਲ ਜਵਾਬ ਦੇ ਦਿੰਦਾ ਯਾਰ ਕੁਲੀਗ ਵੀ ਰਹੇ ਨੇ ਤੁਸੀਂ ਆਪਸ ਦੇ ਵਿੱਚ ਸਾਰੇ। ਲੇਕਿਨ ਉਹਨੇ ਅਜੀਬ ਵਾਹਿਆਤੀ ਕੀਤੀ, ਐਸਾ ਕੰਜਰਖਾਨਾ ਕੀਤਾ ਉਹਨੇ ਵਿੱਚ ਕਿ ਉਹਨੇ ਜਿਹੜਾ ਨਾ ਉਹ ਜਿਹਦਾ ਆਪਣਾ ਉਹ ਨਿਸ਼ਾਨ ਦਿਖਾਉਂਦਾ ਹੁੰਦਾ ਉਂਗਲ ਵਾਲਾ, ਹਾਂ ਉਹ ਉਂਗਲ ਵਾਲਾ ਨਿਸ਼ਾਨ ਜਿਹੜਾ ਨਾ ਉਹਨੇ ਦਸਤਾਨੇ 'ਤੇ ਰੱਖ ਕੇ ਦਿਖਾਤਾ ਡਾਕਟਰ ਸਾਹਿਬ ਨੂੰ ਤੇ ਡਾਕਟਰ ਅਮੀਰ ਪੀਰਜ਼ਾਦਾ ਨੂੰ। ਤੇ ਉਹਦੇ ਬਾਅਦ ਉਹਨੇ ਬੜੀ ਇਹੋ ਜਿਹੀ ਕੀ ਕਿਹਾ, ਹਲਕਾ ਜਿਹਾ ਸੁਣ ਲਓ ਉਹਨੇ ਕੀ ਜਿਹੜਾ ਨਾ ਮੁਗਲ ਜ਼ਾਤ ਬੱਚੀਆਂ ने तो यार तू यार असल में मुझे मैं क्या बोलूँ तुझे, मैं तुझे 3-4 चीजें बोल सकता हूँ। एक तो एक जबरदस्त शेर है जो ट्रक के पीछे होता है कि मेहनत कर, हसद ना कर, नंबर 1। दूसरा, तुझे मैं 24 घंटे और दे रहा हूँ, एक्सटेंशन दे रहा हूँ, जैसे फौजियों को ये देते हैं पीडीएम वाले, मैं तुझे एक्सटेंशन दे रहा हूँ। अगर तेरे पास प्रूफ है, अगर तू मर्द का बच्चा है तो अपने बाल जो तू लाल करके और अपनी जो ठोड़ी के नीचे जो तेरी चर्बी लटक रही है उसको टाइट करके जो तू आ जाता है, ठीक है, मैं तुझे 24 और घंटे दे रहा हूँ। थोड़ी सी नेक एक्सरसाइजेस कर और बाल लाल कर और इस बार प्रूफ के साथ आ, इस बार प्रूफ के साथ मैं तुझे एक्सटेंशन दे रहा हूँ, गिविंग यू अनदर 24 आवर्स। मगर क्योंकि मैं तुझे एक्सटेंशन दे रहा हूँ इसकी एक कीमत है। इसकी कीमत ये है कि मुझे पता है कि तू अभी मुफ्त में काम नहीं करता, हर चीज़ की कीमत लेता है। तो ये मुझे पता है, ये तेरा झंडा है ना, ये तेरे मुल्क का झंडा है ना, ये तेरे मुल्क का झंडा है। तो तेरे मुल्क से एक मैसेज आया, मुझे कहते हैं कि लोग गुलजार साहब आप जो है ना ज़ुबान जो नाजेबा इस्तेमाल करते हैं, वही मेरा मूड ही ऐसा है। मगर मैं ज़ुबान नाजेबा इस्तेमाल करता हूँ, मगर मुझे शौक जो है आज मैं ज़ुबान इस्तेमाल कर रहा हूँ। आज मैं डॉक्टर के लिए एक मैसेज आया है इंग्लैंड से, ये ग्लव भी इंग्लैंड का है, लैम स्किन है, ज़बरदस्त लैम स्किन। और डॉक्टर तेरे लिए तुझे मैंने आज कहा कि मैं गिनती तुझे पूरी कराऊँ, तो ये डॉक्टर तेरे लिए तेरी ये कीमत है तेरी अगले 24 घंटे की। ठीक हो गया, ये है मेरा दस्ताना, हैरिट से मैंने लिया था, जिधर नवाज शरीफ भी शॉपिंग करता है, मैंने भी उधर से लिया था। ठीक हो गया, ये है तेरे लिए, एंजॉय कर, तेरा झंडा लगा है और जो जुबान तुझे समझ आती है कि उसके लिए। ठीक हो गया। तो डॉक्टर अंगूठे को आज मैं अंगूठा नहीं दे रहा, डॉक्टर अंगूठे को मैं आज ਆ ਬੇੜਾ ਗਰਕ ਜਿਹੜਾ ਨਾ ਉਹ ਹੋਇਆ। ਤੇ ਇਹ ਦੇਖ ਕੇ ਸੋਸ਼ਲ ਮੀਡੀਆ ਤੇ ਵੀ तमाम ਲੋਕ ਜਿਹੜੇ ਨੇ ਉਹ ਇਜ਼ਹਾਰ ਅਫਸੋਸ ਕਰ ਰਹੇ ਨੇ। ਆ ਮਹਾਜ਼ ਜਿਹੜਾ ਨੇ ਰਿਲੀਜ਼ ਕਿਸਮ ਦਾ ਖੋਲਿਆ ਕਿ ਭਈ ਆ ਗੰਦੀ ਗੱਲ ਹੈ, ਬਹੁਤ ਹੀ ਬੁਰੀ ਔਰ ਬਹੁਤ ਹੀ ਬਦਤਮੀਜ਼ੀ ਔਰ ਬੜੀ ਬੇਸ਼ਰਮੀ ਵਾਲਾ ਕੰਮ ਜਿਹੜਾ ਨਾ ਉਹ ਕੀਤਾ। ਅੰਗੂਠਾ ਕਰਕੇ ਇਹ ਉਹ ਬਈ ਉਹਦਾ ਜਵਾਬ ਦੇ ਦੇ। ਅਗਰ ਆਰਾਮ ਨਾਲ ਪਿਆਰ ਨਾਲ ਜਵਾਬ ਦੇ ਦਿੰਦਾ ਤੇ ਉਹਨਾਂ ਨੇ ਵੀ ਪਤਾ ਲੱਗ ਜਾਣਾ ਸੀਗਾ ਤੇ ਕੌਮ ਨੂੰ ਵੀ ਪਤਾ ਲੱਗ ਜਾਣਾ ਸੀ, ਆਵਾਮ ਨੂੰ ਵੀ, ਸੁਣਨ ਵਾਲਿਆਂ ਨੂੰ ਵੀ ਪਤਾ ਲੱਗ ਜਾਣਾ ਸੀ ਕਿ ਯਾਰ ਬੜਾ ਅੱਛਾ ਜਵਾਬ ਦਿੱਤਾ। ਲੇਕਿਨ ਇਹੋ ਜਿਹੀ ਗੰਦਗੀ ਜਿਹੜੀ ਘੋਟਣੀ ਹੈ, ਇਹੋ ਜਿਹੀ ਬੇਗੈਰਤੀ ਜਿਹੜੀ ਹੈ ਨਾ ਉਹ ਘੋਟਣੀ, ਤੇ ਉਹ ਜਿਹੜੇ ਇਲਜ਼ਾਮਾਤ ਆ ਲਾ ਰਿਹਾ ਉਹੀ ਤਾਂ ਕੰਪਨੀ ਲਾਉਂਦੀ ਹੈ ਡਾਕਟਰ ਅਮੀਰ ਪੀਰਜ਼ਾਦਾ ਤੇ, ਹੋਰ ਤਾਂ ਕੋਈ ਨਹੀਂ ਲਾਉਂਦਾ। ਕੰਪਨੀ ਦੇ ਇਲਜ਼ਾਮਾਤ ਚੁੱਕ ਕੇ ਹੋਰ ਲਈ ਜਾ ਰਿਹਾ। ਤੇ ਇਹਦਾ ਕੀ ਮਤਲਬ ਹੋ ਗਿਆ ਕਿ ਹੁਣ ਵਜਾਹਤ ਐਸ ਖਾਨ ਜਿਹੜਾ ਵਾ ਇਹਨੇ ਆਪਣਾ ਮਹਾਜ਼ ਜਿਹੜਾ ਉਹ ਖੋਲ੍ਹਿਆ ਕੰਪਨੀ ਨਾਲ ਮਿਲ ਕੇ, ਮਤਲਬ ਕੰਪਨੀ ਨੇ ਹਿਸਾਬ ਕਿਤਾਬ ਲਾ ਕੇ। ਦੇਖੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਹੁਣ ਉਹ ਫਿਰ ਜ਼ੇਨ 'ਚ ਆਉਂਦੀਆਂ ਸਾਰਾ ਕੁਝ ਸੋਚ ਕੇ ਕਿ ਬਈ ਕੀ ਹੋ ਰਿਹਾ। ਤੇ ਖੈਰ ਇਹਨਾਂ ਨੇ ਆਪਣਾ ਕੰਮ ਕੀਤਾ, ਕਰਕੇ ਨਿਕਲ ਗਏ। ਉਹਦੇ ਬਾਅਦ ਸੋਸ਼ਲ ਮੀਡੀਆ ਦਾ ਕੰਮ ਸ਼ੁਰੂ ਹੋਇਆ ਤੇ ਸੋਸ਼ਲ ਮੀਡੀਆ ਨੇ ਫਿਰ ਉਹ ਤਸਵੀਰਾਂ ਬਣਾਈਆਂ ਵਜਾਹਤ ਦੇ ਧੂੰਏਂ ਕੱਢ ਕੇ ਰੱਖ ਦਿੱਤੇ, ਉਹਨਾਂ ਨੇ ਬੇੜੇ ਗਰਕ ਕਰਕੇ ਰੱਖ ਦਿੱਤੇ। ਔਰ ਕੁਝ ਸਵਾਲ ਵੀ ਲੋਕੀ ਪੁੱਛ ਰਹੇ ਨੇ ਉੱਥੇ, ਮੈਂ ਦੇਖਿਆ ਕਿ ਪੁੱਛ ਰਹੇ ਨੇ ਕਿ ਬਈ ਆ
ਜਦੋਂ ਪਾਕਿਸਤਾਨ ਤੋਂ ਗਿਆ ਸੀ ਅਮਰੀਕਾ ਤੇ ਉਦੋਂ ਦਾ ਇਹ ਵਿਹਲਾ ਫਿਰਦਾ ਸੀ ਉੱਥੇ ਹੈਂ, ਕੋਈ ਪੜ੍ਹਨ ਪੜ੍ਹਾਈ ਵਾਲਾ ਕੰਮ ਕਰ ਰਹੇ ਸੀ, ਜੋਬ ਸ਼ੋਬ ਇਹਨੇ ਕੋਈ ਲੱਭੀ ਕੋਈ ਨਹੀਂ, ਕੋਈ ਥਿੰਕ ਟੈਂਕ ਨਾਲ ਵਸਤਾ ਹੋ ਗਿਆ, ਉਹ ਵੀ ਮੁਫਤ ਮਾਰੀ ਹੁੰਦੀ ਹੈ, ਪੈਪ ਕੋਈ ਨਹੀਂ ਦਿੰਦੇ, ਕੋਈ ਇੱਦਾਂ ਦੀ ਗੱਲ ਹੈ। ਅਤੇ ਬਈ ਉਹ ਕਿੱਦਾਂ ਜਿਹੜਾ ਨਾ ਸਰਵਾਈਵ ਇੰਨੀ ਦੇਰ ਤੂੰ ਕਰਦਾ ਰਿਹਾ ਉੱਥੇ, ਕੀ ਤੇਰਾ ਆਪਣਾ ਇਨਕਮ ਕਿੱਦਾਂ ਜਿਹੜਾ ਗੁਜ਼ਾਰਾ ਕਰਦੇ ਆ, ਉਹ ਹਿਸਾਬ ਕਿਤਾਬ ਲੋਕ ਪੁੱਛ ਰਹੇ ਨੇ। ਸਵਾਲ ਤਾਂ ਬਹੁਤ ਸਾਰੇ ਲੋਕ ਪੁੱਛ ਰਹੇ ਨੇ। ਹੁਣ ਉਹਦੇ ਜਵਾਬ ਜਿਹੜੇ ਨਾ ਉਹ ਹੁਣ ਮੇਰਾ ਖਿਆਲ ਇਹਨੇ ਇੱਦਾਂ ਹੀ ਦੇਣੇ ਆ ਜਿੱਦਾਂ ਇਹਨੇ ਡਾਕਟਰ ਜ਼ਿਆਦਾ ਨੂੰ ਜਵਾਬ ਦਿੱਤਾ। ਹਾਂ ਬੇੜਾ ਗਰਕ ਹੋ ਕੇ। ਇਸ ਕਰਕੇ ਮੇਰੀ ਸਲਾਹ ਹੈ ਕਿ ਵੀ ਸਵਾਲ ਵੀ ਨਾ ਪੁੱਛੋ, ਨਹੀਂ ਤਾਂ ਇਹਨੇ ਕੋਈ ਹੋਰ ਉਂਗਲੀ ਖੜੀ ਕਰ ਦੇਣੀ ਆ। ਫਰਕ ਉਂਗਲੀ ਉਹ ਖੜੀ ਕਰਕੇ ਆਪ ਹੀ ਲੈ ਲੈਂਦਾ, ਦਿਖਾਉਂਦਾ ਕਿਸੇ ਹੋਰ ਨੂੰ, ਔਰ ਜਾ ਕਿਤੇ ਹੋਰ ਰਹੀ ਹੁੰਦੀ ਉਂਗਲੀ ਹੈ। ਐਨੀ ਉਹ ਜਿਹੜਾ ਹਿਸਾਬ ਕਿਤਾਬ ਆ ਜਿਹੜਾ ਚੱਲਿਆ ਉੱਥੇ, ਅਤੇ ਲੋਕ ਜਿਹੜੇ ਨਾ ਉਹ ਕਹਿ ਰਹੇ ਨੇ ਕਿ ਵੀ ਇਹ ਬਹੁਤ ਗਲਤ ਗੱਲ ਹੈ, ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਅਤੇ ਇੱਕ ਤਾਂ ਆਹ ਸਿਸਟਮ ਚੱਲਿਆ। ਉਹਦੇ ਬਾਅਦ ਜਨਾਬ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕੀਆਂ ਵਾਲੀ ਅਤੇ ਮਾਈ ਕਤਰੀ ਕਬਾਬਾਂ ਵਾਲੀ ਜਿਹੜੀ ਆ ਉਹ ਆਈ ਆ ਨਿਕਲ ਕੇ ਇੰਗਲੈਂਡ ਤੋਂ। ਤੁਹਾਨੂੰ ਪਤਾ ਪਿਛਲੇ ਦਿਨਾਂ 'ਚ ਇੰਗਲੈਂਡ ਗਈ ਸੀ, ਉਹਦੇ ਮੂੰਹ ਦੇ ਕਲੋਜ਼ਅਪ ਜਿਹੜੇ ਆਏ ਆ ਬਾਹਰ, ਹੋਏ ਪਹਿਲੇ ਦੇ ਵਿੱਚ ਤਾਂ ਦੰਦ ਗੰਦੇ, ਉਹਦੇ 'ਚ ਬਹੁਤ ਸਾਰੇ ਟੋਟੇ ਬਣੇ, ਟੋਟੇ ਮੇਰਾ ਮਤਲਬ ਹੈ ਕਿ ਵੀਡੀਓਜ਼ ਬਣੀਆਂ, ਕਲਿੱਪ ਬਣੇ, ਵਾਇਰਲ ਹੋਏ। ਉਹਦੇ ਬਾਅਦ ਮਾਈ ਤੱਕ ਵੀ ਪਹੁੰਚੇ। ਉਹਦੇ ਬਾਅਦ ਮਾਈ ਨੇ ਮੂੰਹ ਇੰਝ ਘੁੱਟ ਕੇ ਰੱਖਿਆ। ਮਾਈ ਕਹਿੰਦੀ ਹੈ ਮੇਰੇ ਦੰਦ ਨਹੀਂ ਹੁਣ ਕੋਈ ਦੇਖ ਸਕਦਾ। ਬੰਦਾ ਕਿ ਪੁੱਛੇ ਯਾਰ ਤੂੰ ਦੰਦ ਸਾਫ਼ ਕਰ ਲੈ ਜਾ ਕੇ, ਹਾਂ ਸਾਫ਼ ਕਰਕੇ ਆ ਕੇ ਮੂੰਹ ਖੋਲ ਕੇ ਹੱਸ, ਤੇ ਤੂੰ ਆਪਣਾ ਮੂੰਹ ਹੀ ਨਹੀਂ ਖੋਲਦੀ ਪਈ, ਮੂੰਹ ਖੋਲ ਕੇ ਦਿਖਾ ਦੰਦ, ਤੂੰ ਦੋਂਦੀ ਹੈ ਕਿ ਚੋਗੀ ਹੈ। ਬਾਬਾ ਜੀ ਕਹਿੰਦੇ ਤੂੰ ਕੁਰਬਾਨੀ ਕਰਨੀ ਹੈ, ਚੋਂਦੀ ਹੈ ਕਿ ਚੋਗੀ ਹੈ। ਬਾਬਾ ਜੀ ਕਹਿੰਦੇ ਹਰਾਮ ਜਾਨਵਰ ਦੀ ਕੁਰਬਾਨੀ ਨਹੀਂ ਹੁੰਦੀ। ਹਾਂ ਤੇ ਦੰਦ ਬਾਬਾ ਜੀ ਕਹਿੰਦੇ ਦੰਦ ਸਾਫ਼ ਕਰਨ ਵਾਲੀ ਗੱਲ ਨਹੀਂ, ਹਾਂ ਉਹ ਉਹਦੇ ਮੁੱਢੇ ਹੀ ਪੀਲੇ ਆ ਜਾਂ ਕੁਝ ਸਰਜਰੀ ਕਰਵਾਈ ਉਹਦੀ। ਹਾਂ ਵੈਸੇ ਤਾਂ ਬਾਬਾ ਜੀ ਦੇ ਵੀ ਦੰਦ ਪੀਲੇ ਨੇ। ਬਾਬਾ ਜੀ ਫਿਲਟਰ ਲਾ ਕੇ ਆ ਕੇ ਤੁਹਾਡੇ ਸਾਹਮਣੇ ਬਹਿ ਜਾਂਦੇ ਨੇ ਹੈਂ, ਅਤੇ ਉਹ ਗਾਣਾ ਇਹ ਗਾ ਦਿੰਦੇ ਨੇ, ਕੀ ਨਾਂ ਲੈਂਦੇ ਨੇ ਇਹਦਾ, ਚਿੜੀਆਂ ਬੋਲਦੀਆਂ। ਹਾਂਜੀ ਇਹ ਅਤੇ ਉਹ ਖੈਰ ਉਹ ਜਨਾਬ ਪਾਕਿਸਤਾਨ ਨਮੂਦਾਰ ਹੋਈ ਆ, ਹੁਣ ਦੇਖੀ ਗਈ ਆ ਕੇ ਉਹਨੇ ਕਿਤੇ ਖੜੀ ਹੋ ਕੇ ਪਿੰਡੀ ਦੇ ਵਿੱਚ, ਪਤਾ ਨਹੀਂ ਪਿੰਡੀ ਹੈ ਕਿੱਥੇ, ਪਿੰਡੀ ਹੈ ਮੇਰਾ, ਉੱਥੇ ਉਹਨੇ ਜਨਾਬ ਇਫਤਿਤਾਹ ਕਰਤਾ ਬੱਸਾਂ ਦਾ। ਹਾਂ ਉਹ ਗ੍ਰੀਨ ਬੱਸਾਂ ਜਿਹੜੀਆਂ ਤੁਹਾਨੂੰ ਪਤਾ ਕਦੀ ਕਿਤੇ ਜਾ ਕੇ ਇਫਤਿਤਾਹ ਕਰਦੀ ਹੈ, ਉਹ ਪਾਪੀ ਚੂਲੋ ਗ੍ਰੀਨ ਇਹ ਉਹ ਸਾਰਾ ਕੁਝ ਪਾਪੀ ਚੂਲੋ ਵਾਲਾ ਹਿਸਾਬ ਉਹਨੇ ਇੱਥੇ ਕੀਤਾ। ਉਹਨੇ ਇਫਤਿਤਾਹ ਕੀਤਾ ਜਨਾਬ ਇੱਥੇ ਬੱਸਾਂ ਦਾ, ਅਤੇ ਉੱਥੇ ਖੜੀ ਹੋ ਕੇ ਉਹਨੇ ਤਕਰੀਰ ਕੀਤੀ ਅਤੇ ਉਹਨੇ ਕਿਹਾ ਕਿ ਤੁਸੀਂ ਜਿਹੜੀਆਂ ਆਪਣਾ ਨੂਨ ਲੀਗ ਦੀਆਂ ਕਾਰਵਾਈਆਂ ਨੇ ਨਾ, ਕਾਰਵਾਈਆਂ ਜਿਹੜੀ ਨੂਨ ਲੀਗ ਕਾਰਵਾਈਆਂ ਪਾਉਂਦੀ, ਇੱਦਾਂ ਦੀ ਕੋਈ ਗੱਲ ਕੀਤੀ ਆ, ਸੁਣ ਲਓ। जब बात होगी तो सुबह से शाम हो जाएगी, लेकिन मुस्लिम लीग नून के कारनामे खत्म नहीं होंगे। लेकिन मैं आपको ये यकीन दिलाती हूँ कि इंशाअल्लाह ताला पंजाब के अंदर हर आने वाला दिन पहले से बेहतर होगा। अल्लाह ताला ਉਹ ਬੱਲੇ ਤੇਰੇ ਮਾਈ, ਬੱਲੇ ਬਈ ਆ ਕਾਰਵਾਈਆਂ ਜਿਹੜੀਆਂ ਮਾਈ ਦੱਸ ਰਹੀ ਆ ਨਾ ਨੂਨ ਲੀਗ ਦੀਆਂ, ਹੁਣ ਆਹ ਕਾਰਵਾਈਆਂ ਕੀ ਆ? ਆਹ ਕਾਰਵਾਈਆਂ ਜਿਹੜੀਆਂ ਨਾ ਉਹੀ ਆ ਗੈਰੇਜ ਵਾਲੀਆਂ। ਹਾਂ ਉਸ ਤੋਂ ਵੱਡੀ ਕਾਰਵਾਈ ਤਾਂ ਕੋਈ ਨਹੀਂ। ਨੂਨ ਲੀਗ ਨਾ ਮੈਂ ਆਪਣੇ ਅੱਬੇ ਦਾ ਸ਼ਾਮਿਲ ਕਰ ਰਹੀ, ਲੇਕਿਨ ਅੱਬੇ ਨੂੰ ਇਹਨੇ ਕੱਢਿਆ ਹੋਇਆ ਘਰੋਂ ਹੀ। ਹਾਂ ਬੇੜਾ ਗਰਕ ਕੀਤਾ, ਉਹਨੂੰ ਸਾਈਡ 'ਤੇ ਰੱਖ ਕੇ ਭੁੱਲ ਗਈ ਆ। ਹਾਂ ਨਾਮ ਅੱਬੇ ਦਾ ਯੂਜ਼ ਕਰ ਰਹੀ ਹੈ, ਆਪਣੇ ਪੱਲੇ ਕੁਛ ਵੀ ਨਹੀਂ, ਨਾ ਉਹਦੇ ਪੱਲੇ ਕੁਛ ਆ। ਹਾਂ ਖਾਲੀ ਸਾਰੇ ਬਗੈਰ 2 ਨੰਬਰ ਕਿਸਮ ਦੇ ਕੰਮ ਜਿਹੜੇ ਇਹਨਾਂ ਨੇ ਕੀਤੇ ਆ। ਪਾਕਿਸਤਾਨ ਦਾ ਤਬਾਹੀ ਇਹਨਾਂ ਨੇ ਪੱਟੀ ਆ, ਪੰਜਾਬ ਦੀ ਤਬਾਹੀ ਇਹਨੇ ਪੱਟ ਕੇ ਰੱਖ ਦਿੱਤੀ ਆ। ਜੋ ਮਹਿੰਗਾਈ ਦਾ ਹਾਲ ਹੈ, ਫਾਰਮ 47 'ਤੇ ਆ ਕੇ ਹਾਰੀ ਹੋਈ, ਆਵਾਮ ਨੇ ਮੈਂਡੇਟ ਵੀ ਨਹੀਂ ਦਿੱਤਾ, ਅਤੇ ਬੂਥਾ ਜੇ ਕੱਢ ਕੇ ਆ ਕੇ ਅਤੇ ਉਹ ਕਹਿ ਦਿੰਦੀ ਹੈ ਕਿ ਜਦੋਂ ਵੀ ਨਵਾਜ਼ ਸ਼ਰੀਫ ਆਇਆ ਉਹਨੇ ਤਰੱਕੀ ਕੀਤੀ ਹੈ। ਕਮਾਲ ਤਰੱਕੀ ਕੀਤੀ ਹੈ, ਆਪਣੀ ਤਰੱਕੀ ਕੀਤੀ ਉਹਨੇ, ਆਪ ਹੀ ਉਹਨੇ ਆਪਣੇ ਮਹਿਲ ਮੂਲ ਬਣਾ ਲਏ ਬਾਹਰ, ਅਪਾਰਟਮੈਂਟ ਇੱਧਰ ਵੀ ਲੈ ਲਏ ਉੱਧਰ ਵੀ ਲੈ ਲਏ, ਤਾਂ ਹੁਣ ਇਹ ਚਵਲ ਜੀ ਸਾਡੇ ਪੱਲੇ ਪਾ ਕੇ ਤਾਂ ਆਪ ਬਹਿ ਗਿਆ ਬਾਹਰ। ਹਾਂ ਬਾਬਾ ਜੀ ਕਹਿੰਦੇ ਉਹਨੇ ਨਹੀਂ ਪਾਈ ਪੱਲੇ, ਇਹ ਆਪ ਪਾਈਏ ਪੱਲੇ। ਹਾਂ ਨਾਲੇ ਇਹ ਕਿਸੇ ਹੋਰ ਨੇ ਪਾਈਏ ਪੱਲੇ। ਮੈਂ ਕਿਹਾ ਬਾਬਾ ਜੀ ਕਿੰਨੇ? ਬਾਬੇ ਕਹਿੰਦੇ ਜ਼ਹਿਨੀ ਮਰੀਜ਼ ਨੇ। ਜਿਹੜਾ ਜ਼ਹਿਨੀ ਮਰੀਜ਼ ਆ ਇਹਨੇ ਬੇੜੇ ਗਰਕ ਕੀਤੇ ਹੋਏ ਆ, ਇਹਨੇ ਮਾਈ ਚੁੱਕ ਕੇ ਸਾਡੇ ਪੱਲੇ ਪਾਈ ਆ, ਅਤੇ ਇਹਦੇ ਮਾਈ ਦੀਆਂ ਆਪਣੀਆਂ ਵੀ ਵਿੱਚ ਜਿਹੜੀਆਂ ਨਾ ਉਹ ਕਾਰਸਤਾਨੀਆਂ। ਅਤੇ ਮੈਂ ਬਾਬਾ ਜੀ ਆਪਣੀਆਂ ਦੀਆਂ ਕੀ ਕਾਰਸਤਾਨੀਆਂ? ਬਾਬਾ ਜੀ ਮੰਦੇ ਗੰਦੀਆਂ ਫਿਲਮਾਂ, ਗੰਦੀਆਂ ਫਿਲਮਾਂ ਦੇ ਸ਼ਾਹਕਾਰ ਜਿਹੜੇ ਆ ਉਹ ਮਾਈ ਕੱਢਦੀ ਆ ਕੇਸਟ ਵਿੱਚੋਂ ਪੁਰਾਣੀ ਝਾੜ ਕੇ, ਉਹ ਅੱਗੇ ਕਰ ਦਿੰਦੀ ਆ, ਅਤੇ ਉਹ ਲੱਗ ਗਈ ਆਸਤੇ ਆਸਤੇ। ਜਿਹਨੂੰ ਦੇਖੋ ਇੱਥੇ ਪਹੁੰਚ ਗਈ ਆ, ਉਹ ਖੜੀ ਹੋ ਕੇ ਜਿਹੜੀ ਨਾ ਬੜੇ ਝੂਠ ਉੱਥੇ ਬੋਲ ਰਹੀ ਆ, ਮੁਗਲਜ਼ਾਤ ਉੱਥੇ ਬਕ ਰਹੀ ਆ। ਹਾਂਜੀ ਅੰਦਰੋਂ ਮਾਈ ਡਰੀ ਪਈ ਹੈ। ਕਿਉਂ ਡਰੀ ਪਈ ਹੈ? ਕਿਉਂਕਿ ਮਾਈ ਨੂੰ ਸਮਝ ਆ ਰਹੀ ਹੈ
ਕਿ ਵੀ ਅੱਗੇ ਜੋ ਹਾਲਾਤ ਆਉਣ ਜਾ ਰਹੇ ਆ ਉੱਥੇ ਇੱਕ ਬਹੁਤ ਬੜਾ ਕਿਸਮ ਦਾ ਚੇਂਜ ਜਿਹੜਾ ਨਾ ਉਹ ਤਿਆਰ। ਹਾਂ, ਉਹ ਚੇਂਜ ਹੁਣ ਜਿਹੜਾ ਨਾ ਉਹ ਆਉਣ ਵਾਲਾ। ਆਵਾਮ ਜਿਹੜੀ ਹੈ ਨਾ ਉਹ ਬਾਹਰ ਨਿਕਲਣ ਵਾਲੀ ਹੈ, ਕਿਉਂਕਿ ਆਵਾਮ ਆ ਗਈ ਹੈ ਤੰਗ। ਅਤੇ ਇਸ ਕਰਕੇ ਆਹ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਦਾ ਕਿ ਆਵਾਮ ਨਿਕਲਾਂਗੀ। ਬਾਬਾ ਜੀ ਕਹਿੰਦੇ ਆਹੋ ਅਗਲੇ 100 ਸਾਲਾਂ 'ਚ ਨਿਕਲ ਹੀ ਆਊਗੀ। ਇਹਦੀ ਅਗਲੀ ਨਸਲ ਨੂੰ ਨਹੀਂ ਆਉਣ ਦਿੰਦੇ। ਫਿਰ ਫਿਕਰ ਰਹੋ ਤੁਸੀਂ ਹੁਣ ਤਾਂ ਸਾਰੇ ਸ਼ਾਇਦ ਕੋਈ ਨਸਲ ਨਵੀਂ ਆਏ, ਹਾਂ, ਉਹ ਆ ਕੇ ਸੋਚੇ ਕਿ ਵੀ ਬਹੁਤ ਹੋ ਗਈ ਆ, ਹਾਂ, ਇਹਨਾਂ ਨੂੰ ਚੁੱਕ ਕੇ ਬਾਹਰ ਸੁੱਟੋ, ਨਿਜ਼ਾਮ ਚੇਂਜ ਕਰੋ, ਕਿਉਂਕਿ ਨਿਜ਼ਾਮ ਆਵਾਮ ਨੇ ਬਦਲਣਾ ਵਾ, ਇਹਨਾਂ ਨੇ ਤਾਂ ਨਹੀਂ ਬਦਲਣਾ। ਹਾਂ, ਜਿਹੜੇ ਹੁਣ ਅੱਜ ਕੱਲ੍ਹ ਦੀ ਆਵਾਮ ਉਹਨਾਂ ਨੇ ਆਉਣ ਵਾਲੀ ਨਸਲਾਂ ਤੋਂ ਉਮੀਦ ਰੱਖੋ। ਉਹ ਕੀ ਕਹਿੰਦੇ ਨੇ, ਪਵਸਤਰ ਹੈ ਸ਼ਜਰ ਸੇ ਉਮੀਦੇ ਬਹਾਰ ਰੱਖ, ਅਤੇ ਹੋਪਫੁਲੀ ਕੁਝ ਨਾ ਕੁਝ ਹੋਏਗਾ। ਬਹਰਹਾਲ ਇਸ ਆਵਾਮ को कोई ਜਿਹੜੀ ਇੰਨੀ ਬਈਦ ਨਹੀਂ ਹੈ ਬਾਬਾ ਜੀ ਕਹਿ ਰਹੇ, ਲੇਕਿਨ ਮੇਰਾ ਖਿਆਲ ਹੈ ਕਿ ਨਹੀਂ, ਬਹੁਤ ਜਲਦੀ ਇੱਕ ਤਹਿਰੀਕ ਸ਼ੁਰੂ ਹੋਣ ਵਾਲੀ ਹੈ, ਕਿਉਂਕਿ ਵਕਲਾ ਜਿਹੜੇ ਨੇ ਉਹ ਖੜੇ ਹੋ। ਹਾਂਜੀ, ਦਨ ਦਨ ਵਕਲਾ ਕਹਿੰਦੇ ਨੇ ਹੁਣ ਉਹ ਤਹਿਰੀਕ ਅਸੀਂ ਚਲਾਉਣੀ ਆ, ਉਹ ਤਹਿਰੀਕ ਚਲਾਉਣੀ ਆ ਕਿ ਤੁਸੀਂ ਯਾਦ ਕਰੋਗੇ, ਦੁਨੀਆ ਦੇਖੇਗੀ ਉਹ ਜਿੱਦਾਂ ਉਹ ਤਹਿਰੀਕ ਚੱਲੀ ਸੀਗੀ ਉਹ ਕਾਣੇ ਦਜਾਲ ਵਾਸਤੇ। ਕਾਣਾ ਦਜਾਲ ਜਿਹੜਾ ਕੀ ਨਾਂ ਹੈ ਅਫਗਾਨ ਚੌਧਰੀ, ਆ ਕਾਣੇ ਦਜਾਲ ਵਾਸਤੇ ਆਪਣਾ ਕੀ ਗੱਲ ਕਹਿੰਦੇ ਸੀ, ਧਰਤੀ ਹੋਗੀ ਮਾਂ ਕੇ ਜੈਸੀ, ਪਿਆਰ ਕਰੇਗੀ ਰਾਜ ਕਰੇਗੀ ਕਲਕੇ ਖੁਦਾ, ਇੱਦਾਂ ਦਾ ਕੋਈ ਚੱਕਰ ਸੀ ਕਿਆ ਪਤਾ ਨਹੀਂ ਕੀ ਉੱਦਾਂ ਦੇ ਖਾਬ ਖੂਬ ਦਿਖਾਇਆ ਇਹਨਾਂ ਨੇ। ਹਾਂ, ਅਤੇ ਐਂਡ 'ਚ ਪਤਾ ਲੱਗਿਆ ਕਿ ਉਹ ਜਿਹੜਾ ਕਾਣਾ ਦਜਾਲ ਆ ਉਹਦਾ ਕਿਆਨੀ ਦਾ ਯਾਰ ਨਿਕਲੇ ਹੋਇਆ। ਸਾਡੇ ਨਾਲ ਬਹੁਤ ਧੋਖੇ ਹੋਏ, ਯਕੀਨ ਕਰੋ, ਹਰ ਵਾਰੀ ਸਾਨੂੰ ਧੋਖੇ ਹੋਏ। ਉਹਦੇ ਅਸੀਂ ਕਹਿੰਦੇ ਸੀ ਕਿ ਲਓ ਜੀ ਹੁਣ ਪਾਕਿਸਤਾਨ ਬਦਲ ਗਿਆ, ਅਦਲੀਆ ਆਜ਼ਾਦ ਹੋ ਗਈ, ਬਸ ਹੁਣ ਇਨਸਾਫ ਕਾਇਮ ਹੋ ਜਾਣਾ ਮੁਲਕ ਦੇ ਵਿੱਚ। ਉਹ ਇਨਸਾਫ ਕਿੱਥੇ ਕਾਇਮ ਹੋਇਆ? ਉਹ ਕਾਣੇ ਦਜਾਲ ਦੀਆਂ ਜਾਇਦਾਦਾਂ, ਇਹਦੀ ਸਲਤਨਤ ਕਾਇਮ ਹੋ ਗਈ ਉੱਥੇ। ਹਾਂ, ਜਿਹਦੇ ਬੱਚੇ ਜਿਹੜੇ ਆ ਉਹ ਮਨਮਾਨੀ ਕਰਦੇ, ਅਸਲਾਨ ਇਫਤਖਾਰ ਸਾਰੇ ਕੇਸ ਕੂਸ ਮਲਕ ਰਿਆਜ਼ ਇਹ ਹਿਸਾਬ ਕਿਤਾਬ, ਅਤੇ ਉਹ ਸਾਰਾ ਹਿਸਾਬ ਕਿਤਾਬ ਲਾ ਕੇ ਉਹਨੇ ਜਨਾਬ ਉਹ ਬਾਅਦ 'ਚ ਪਤਾ ਲੱਗਿਆ ਕਿ ਉਹ ਬਈ ਉਹ ਕਿਆਨੀ ਨੇ ਸ਼ੁਰੂ ਕਰਵਾਈ ਸੀ ਤਹਿਰੀਕ। ਵਕਲਾ ਜਿੰਨਾ ਦਮ ਖਾਮ ਨਹੀਂ ਸੀ, ਕਿਉਂਕਿ ਅਸੀਂ ਦੇਖਿਆ ਜਦੋਂ ਆ ਇੱਥੇ ਸਖਤ ਆਇਆ ਕੰਮ, ਆਪਣਾ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਜ਼ਹਿਨੀ ਮਰੀਜ਼ ਆ, ਜਿਹੜਾ ਜ਼ਹਿਨੀ ਮਰੀਜ਼ ਲੱਗਾ ਉਹ ਆਇਆ, ਅਤੇ ਉਹਨੇ ਆ ਕੇ ਜਦੋਂ ਕੰਮ ਆਇਆ ਜ਼ੁਲਮ ਜਬਰ ਸ਼ੁਰੂ ਕੀਤਾ, ਅਤੇ ਉਦੋਂ ਸਾਰੀਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਨਾ ਉਹ ਇਹਨਾਂ 'ਤੇ ਸੀ, ਵਕੀਲਾਂ 'ਤੇ, ਕਿ ਵੀ ਵਕੀਲ ਉੱਠ ਖੜੇ ਹੋਣਗੇ। ਹਾਂ, ਅਤੇ ਵਕੀਲ ਜਿਹੜੇ ਉੱਠ ਖੜੇ ਹੋਏ ਇੱਕਦਮ ਉੱਠੇ ਹੋ, ਅਤੇ ਉਹਨਾਂ ਨੇ ਨਾਲ ਹੀ ਪਲਾਟ ਵੰਡੇ ਉਹਨਾਂ 'ਚ, ਕਿਸੇ ਨੂੰ ਕਾਰਨਰ ਪਲਾਟ ਦਿੱਤਾ, ਕਿਸੇ ਨੂੰ ਕਮਰਸ਼ੀਅਲ ਦਿੱਤਾ, ਕਿਸੇ ਨੂੰ ਚੰਦੇ ਦਿੱਤੇ। ਹਾਂਜੀ, ਉਹ ਜੇਬਾਂ 'ਚ ਪਾ ਕੇ ਦਿਸਾਉਂ। ਇੱਕ ਉਹ ਸੀ ਨਾ ਉਹ ਅਲੀ ਅਹਿਮਦ ਕੁਰਦੀ ਜਿਹੜਾ, ਉਹ ਆ ਨਿਕਲਦਾ ਹੁੰਦਾ ਸੀ, ਇੱਕ ਜਰਨਲ। ਹਾਂ, ਉਹ ਉੱਥੇ ਠੰਡਾ ਹੋ ਗਿਆ, ਹੁਣ ਪਤਾ ਨਹੀਂ ਕਿ ਪਲਾਟ ਦਿੱਤਾ, ਪਤਾ ਨਹੀਂ ਕੀ ਦਿੱਤਾ, ਪਤਾ ਨਹੀਂ ਕੁਛ ਵੀ ਨਹੀਂ ਦਿੱਤਾ, ਡਰ ਕੇ ਠੰਡਾ ਹੋ ਗਿਆ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਪਿੱਛੇ ਕੋਈ ਨਹੀਂ ਗਾ। ਉਹਦਾ ਕਿਆਨੀ ਪਿੱਛੇ ਖੜਾ ਸੀ, ਉਹਦਾ ਬੜਕਾ ਮਾਰੇ ਸੀ ਅਸੀਂ ਤੇ ਹੁਣ ਹੈ ਕੋਈ ਨਹੀਂ, ਹੁਣ ਇਹ ਡਰ ਵੀ ਲੱਗਦਾ। ਹਾਂ, ਵਕੀਲ ਬੁਜ਼ਦਿਲ ਲੋਕ, ਅਤੇ ਉਹ ਜਨਾਬ ਖਾਨ ਨੇ ਐਸੇ ਕਰਕੇ ਜਦੋਂ ਆ ਚੇਂਜ ਹੋਇਆ ਨਾ ਸਾਰਾ ਕੁਛ, ਖਾਨ ਨੇ ਆਪਣੀ ਪਾਰਟੀ ਵੀ ਵਕੀਲਾਂ ਦੇ ਹੱਥ 'ਚ ਫੜਾਤੀ। ਹਾਂ, ਕਿ ਲੋ ਵਕੀਲ ਤਗੜੇ ਹੁੰਦੇ ਆ, ਇਹ ਡਟ ਜਾਣਗੇ। ਲੋ ਜੀ ਜਿੰਨੇ ਆ ਵਕੀਲ ਲੰਮੇ ਪਏ ਆ ਨਾ, ਤੋਬਾ ਅੱਲਾ ਮਾਫ ਕਰੇ, ਕੋਈ ਸਿਆਸਤਦਾਨ ਹੁੰਦਾ ਉਹ ਵੀ ਥੋੜ੍ਹਾ ਜਿਹਾ ਦਿਖਾ ਦਿੰਦਾ, ਕੋਈ ਹੱਕ ਸੱਚ 'ਤੇ ਖੜਾ ਸਿਆਸਤਦਾਨ, ਹਾਂ ਉਹ ਹੁੰਦਾ ਅਤੇ ਉਹ ਦਿਖਾ ਦਿੰਦੇ। ਜਿਸ ਤਰ੍ਹਾਂ ਯਾਰ ਦੇਖੋ ਕੱਲ੍ਹ ਰਾਤ ਜਿਹੜਾ ਵਾਕਿਆ ਹੋਇਆ, ਉਹਦੇ 'ਚ ਕਿਹੜੀ ਆਵਾਜ਼ ਜਿਹੜੀ ਗੂੰਜਦੀ ਨਜ਼ਰ ਆਈ ਸਾਨੂੰ, ਇੱਕੋ ਹੀ ਆਵਾਜ਼ ਸਾਨੂੰ ਗੂੰਜਦੀ ਨਜ਼ਰ ਆਈ, ਇਲਾਮਾ ਰਾਜਾ ਨਾਸਿਰ ਅब्बास ਸਾਹਿਬ ਦੀ। ਉਹ ਬੱਬਰ ਸ਼ੇਰ, ਉਹ ਮਰਦੇ ਹਨ ਜਿਹੜਾ ਨਾ, ਉਹ ਖੜਾ ਹੋ ਕੇ ਉਹਨੇ ਲਲਕਾਰਿਆ ਉੱਥੇ। ਉਹ ਮੈਂ ਕਹਿੰਦਾ ਉਹਨੇ ਜੀ ਖੁਸ਼ ਕਰ ਦਿੱਤਾ, ਉਹ ਬੱਬਰ ਸ਼ੇਰ। ਮੈਂ ਕਹਿੰਦਾ ਇਹੋ ਜਿਹੇ ਲੀਡਰ ਜਿਹੜੇ ਨੇ, ਇਹੋ ਜਿਹੇ ਆਪਣਾ ਇਹਨਾਂ ਤਾਦਾਦ ਇਹਨਾਂ ਦੀ ਜ਼ਿਆਦਾ ਹੋ ਜਾਵੇ ਨਾ ਜਦੋਂ, ਅਤੇ ਉਦੋਂ ਯਕੀਨ ਕਰੋ ਕਿ ਇਹ ਬਦਲ ਜਾਏਗਾ ਸਾਰਾ ਕੁਛ। ਲੇਕਿਨ ਇਹ ਸਾਡੀ ਅਫਸੋਸ ਹੈ ਕਿ ਉਹ ਇਕੱਲੇ ਨੇ, ਉਹ ਇਕੱਲਾ ਹੀ ਖੜਾ ਹੈ। ਇੱਕ ਖਾਨ ਅੰਦਰ ਜਿਹੜਾ ਸਾਨੂੰ ਨਜ਼ਰ ਆਉਂਦਾ ਉੱਥੇ ਖੜਾ ਹੀ ਖੜਾ, ਉਹਦਾ ਲੀਡਰ। ਇੱਕ ਬਾਹਰ ਜਿਹੜੇ ਲੋਕ ਉਹਨਾਂ 'ਚ ਸਾਨੂੰ ਇਲਾਮਾ ਰਾਜਾ ਨਾਸਿਰ अब्बास ਸਾਹਿਬ ਨਜ਼ਰ ਆਉਂਦੇ ਨੇ, ਕਿ ਜਿਨ੍ਹਾਂ ਨੇ ਕੱਲ੍ਹ खड़े हो के की क्या, आ सुनो जरा। ये काम करबला में यजीद की फौज ने किया था, फिर उसने पाक की बेटियों के सरों से चादरें छीनी थी। ये वही यजीदी नस्ल है जो औरतों के बालों में हाथ डालती है, जो उनके घरों में हाथ डालती है। ये वो मुजरिम है, ये इंसान नहीं है, ये हैवानों से बदतर भेड़िए दरिंदे हैं। इनकी अपनी माएं बहनें नहीं है जो हाथ डालते हैं। कोई नहीं जमया राजा नासिर अब्बास साहब वर्गा, इलामा साहब वर्गा। मैं कहना कि छा गए, ਖੜੇ ਹੋ ਕੇ ਲਲਕਾਰਿਆ ਯਜ਼ੀਦ ਨੂੰ ਔਰ ਯਜ਼ੀਦ ਦੀ ਫੌਜ ਨੂੰ। ਉਹਨਾਂ ਨੇ ਕਿਹਾ ਕਿ ਕੰਮ ਸਾਰਾ ਉਹ ਯਜ਼ੀਦੀਆਂ ਦਾ ਕੰਮ ਹੈ ਜਿਹੜਾ ਇਹਨਾਂ ਨੇ ਕੀਤਾ ਜਿੱਥੇ,
ਤੇ ਦੇਖੋ ਆ ਬਹਾਦਰੀ ਐਸ ਮੰਨਣਾ ਪਏਗਾ ਕਿ ਇਲਾਮਾ ਸਾਹਿਬ ਜਿਹੜੇ ਨਾ ਖੜੇ ਹੋਏ ਆ ਹਾਂਜੀ। ਤਾਂ ਖੈਰ ਗੱਲ ਹੋ ਰਹੀ ਸੀਗੀ ਵਕੀਲਾਂ ਦੀ, ਤੇ ਵਕੀਲ ਜਿਹੜੇ ਨੇ ਉਹ ਹੁਣ ਕਹਿੰਦੇ ਨੇ ਕਿ ਜੀ ਅਸੀਂ ਹੁਣ ਕੁਝ ਕਰਾਂਗੇ। ਹਾਂ, ਤੇ ਬਾਬਾ ਜੀ ਕਹਿੰਦੇ ਇਹ ਲਾਜ਼ਮੀ ਕੁਛ ਨਾ ਕੁਛ ਕਰਨਗੇ। ਮੈਂ ਕਿਹਾ ਬਾਬਾ ਜੀ ਕੀ ਕਰ ਸਕਦੇ ਆ? ਬਾਬਾ ਜੀ ਕਹਿੰਦੇ ਉਹੀ ਜੋ ਲਤੀਫ ਖੋਸਾ ਅਕਸਰ ਕਰਦਾ ਹੁੰਦਾ। ਮੈਂ ਬਾਬਾ ਜੀ ਉਹ ਕੀ ਕਰਦਾ? ਬਾਬਾ ਜੀ ਕਹਿੰਦੇ ਉਹ ਨੱਚਦਾ, ਉਹ ਡੈਕ ਲਾ ਦੇ ਉਹਨੂੰ, ਉਹ ਬਸ ਨੱਚੀ ਜਾਊਗਾ। ਉਹ ਕੋਨੂੰ ਕਹਿਣਾ ਉਹ ਮਾਮਾ ਇਨਕਲਾਬ ਲਿਆਉਣਾ ਇੱਥੇ ਤਰੀਕ ਚਲਾਉਣੀ ਹੈ। ਉਹ ਕਹਿੰਦਾ ਤਰੀਕ ਬਾਅਦ ਚ ਦੇਖੀ ਜਾਏਗੀ, ਪਹਿਲੇ ਨੱਚ ਲਓ ਵੀ ਨੱਚ ਲਓ। ਉਹ ਨੱਚੀ ਜਾਏਗਾ, ਹਰ ਪਾਸੇ ਜਾ ਕੇ ਨੱਚਦਾ ਫਿਰਦਾ, ਟੱਪਦਾ ਫਿਰਦਾ। ਲਤੀਫ ਖੋਸੀਆਂ ਉੱਥੇ ਅਸੈਂਬਲੀ 'ਚ ਬਹਿ ਕੇ ਸੁੱਤਾ ਹੁੰਦਾ। ਬਾਬਾ ਬਾਈ ਕਹਿੰਦੇ ਇਹੀ ਕਰਨਾ ਇਹਨਾਂ ਨੇ, ਹੋਰ ਇਹਨਾਂ ਕੋਲ ਕੋਈ ਨਹੀਂ। ਹਾਂ, ਬਾਕੀ ਐਵੇਂ ਬੜਕਾਂ ਬੁੜਕਾਂ ਹੀ ਨੇ, ਜਿੰਨੀਆਂ ਮਰਜ਼ੀ ਮਾਰੀ ਜਾਣ ਜੋ ਹਿਸਾਬ ਕਰ। ਮੈਂ ਕਿਹਾ ਬਾਬਾ ਜੀ ਫਿਰ ਅਸਲ ਜਿਹੜਾ ਇਨਕਲਾਬ ਉਹ ਕੌਣ ਲਿਆਏਗਾ? ਬਾਬਾ ਜੀ ਕਹਿੰਦੇ ਅਸਲ ਇਨਕਲਾਬ ਜਿਹੜਾ ਨਾ ਉਹ ਡੱਡੂ ਲਿਆਏਗਾ। ਮੈਂ ਕਹਿੰਦਾ ਮੋੜ ਕੇ ਡੱਡੂ ਤੇ ਆ ਜਾਂਦੇ ਯਾਰ ਤੁਸੀਂ, ਆ ਕੀ ਹੈ ਯਾਰ? ਕੋਈ ਮੈਂ ਕੋਈ ਸੀਰੀਅਸ ਗੱਲ ਵੀ ਕਰ ਲਓ। ਬਾਬਾ ਜੀ ਕਹਿੰਦੇ ਹੋਰ ਬਥੇਰੇ ਸੀਰੀਅਸ ਗੱਲ ਕਰਨ ਵਾਲੇ, ਲੇਕਿਨ ਆ ਵੀ ਸੀਰੀਅਸ ਗੱਲ ਹੀ ਆ, ਇਨਕਲਾਬ ਡੱਡੂ ਹੀ ਬਰਪਾ ਕਰੇਗਾ, ਹੋਰ ਕੋਈ ਨਹੀਂ ਕਰ ਸਕਦਾ। ਮੈਂ ਕਿਹਾ ਬਾਬਾ ਜੀ ਉਹ ਕਿੱਦਾਂ? ਬਾਬਾ ਜੀ ਕਹਿੰਦੇ ਡੱਡੂ ਬੜੀ ਚੀਜ਼ ਆ। ਬਾਬਾ ਜੀ ਕਹਿੰਦੇ ਨੇ ਉਹਦੇ ਹੁਣ ਜਿਹੜਾ ਨਾ ਉੱਤੇ ਤਰੱਕੀ ਵਾਸਤੇ ਉਹ ਖਾਸ ਜਿਹੜਾ ਨਾ ਉਹ ਅਮਲ ਕੀਤਾ ਗਿਆ ਇੱਕ, ਉਹਦੇ ਬਾਅਦ ਤੂੰ ਦੇਖੀ ਡੱਡੂ ਇਨਕਲਾਬ ਲਿਆਏਗਾ, ਸਾਰੇ ਫਾਰਗ ਹੋ ਜਾਣਗੇ ਤੇ ਡੱਡੂ ਪ੍ਰਧਾਨ ਮੰਤਰੀ ਬਣ ਜਾਏਗਾ ਇੱਥੇ ਦਾ। ਮੈਂ ਕਿਹਾ ਬਾਬਾ ਜੀ ਇਹ ਕਿਹੜਾ ਫਾਰਮੂਲਾ? ਬਾਬਾ ਜੀ ਕਹਿੰਦੇ ਆ ਉਹੀ ਤਾਂ ਲਾ ਰਹੀ ਆ, ਉਹ ਅੰਡੇ ਜਿਹੜੇ ਵਾਰ ਰਹੀ ਆ ਉਦੋਂ। ਬਾਬਾ ਜੀ ਕਹਿੰਦੇ ਆ ਐਸੇ ਕੰਮ ਵਾਸਤੇ ਹੋਏ ਇਨਕਲਾਬ ਵਾਸਤੇ, ਇਹ ਅੰਡੇ ਮਾਰਨ ਤੋਂ ਬਾਅਦ ਜਿਹੜਾ ਨਾ ਹੋਈ। ਮੈਂ ਬਾਬਾ ਜੀ ਇਹ ਅੰਡੇ ਕਿਹਦੇ ਨੇ? ਬਾਬਾ ਜੀ ਕਹਿੰਦੇ ਡੱਡੂ ਦੇ। ਮੈਂ ਕਹਿੰਦੇ ਨਹੀਂ, ਡੱਡੂ ਦੇ ਤੇ ਬਾਹਰ ਜਾ ਰਹੇ ਹੈ ਕਿਹਨੇ ਦਿੱਤੇ? ਬਾਬਾ ਜੀ ਕਹਿੰਦੇ ਡੱਡੂ ਨੇ।